ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਦਸ਼ਮੇਸ਼ ਬਾਣੀ ਦਸਮ ਗ੍ਰੰਥ, ਜਿਸ ਵਿੱਚ ਕਲਗੀਧਰ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਨ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਜਿਸ ਪ੍ਰਭੂ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸੇ ਨੂੰ ਅਸੀਂ ਨਮਸਕਾਰ ਕਰਦੇ ਹਾਂ। ਅਕਾਲ ਦੇ ਪੁਜਾਰੀ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਪਰ ਆਪਣੇ ਸਿੱਖਾਂ ਦੇ ਗਿਆਨ ਵਾਸਤੇ ਸਤਿਗੁਰੂ ਜੀ ਨੇ ਇੱਕ ਵਿਸ਼ਵ ਕੋਸ਼ ਬਣਾ ਦਿੱਤਾ ਹੈ, ਜਿਸ ਵਿੱਚ ਸਾਰੀ ਜਾਣਕਾਰੀ ਹੈ। ਭਾਈ ਦੇਸਾ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਸੰਬੋਧਨ ਕਰਕੇ ਕਹਿੰਦੇ, ਸੁਣੋ ਸਿੰਘ ਇੱਕ ਬਚਨ ਹਮਾਰਾ, ਪ੍ਰਥਮੇ ਹਮਨੇ ਜਾਪ ਉਚਾਰਾ। ਸਭ ਤੋਂ ਪਹਿਲੀ ਬਾਣੀ ਅਸੀਂ ਜਾਪ ਸਾਹਿਬ ਜੀ ਦੀ 11 ਸਾਲ ਦੀ ਉਮਰ ਵਿੱਚ ਰਚਨਾ ਕੀਤੀ ਹੈ, ਜੋ ਦਸਮ ਦਰਬਾਰ ਦੇ 1 ਤੋਂ ਲੈ ਕੇ 10 ਪੰਨੇ ਤੱਕ ਸ਼ੋਭਨੀਕ ਹੈ, ਜਿਸ ਦੀਆਂ 199 ਪੌੜੀਆਂ ਹਨ ਅਤੇ 22 ਛੰਦ ਹਨ, ਜਿਸ ਦੀ ਰਿਕਾਰਡਿੰਗ 19 ਮਿੰਟਾਂ ਵਿੱਚ ਹੋਈ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਰੂਪ ਬਾਣੀ ਹੈ। ਹਜ਼ਾਰਾਂ ਵਾਰ ਅਕਾਲ ਪੁਰਖ ਨੂੰ ਨਮਸਕਾਰਾਂ ਕੀਤੀਆਂ ਗਈਆਂ ਹਨ। ਨਮਸਤਵੰ ਅਕਾਲੇ, ਕਾਲ ਤੋਂ ਰਹਿਤ ਪ੍ਰਭੂ ਤੈਨੂੰ ਨਮਸਕਾਰ ਹੈ। ਅਸੀਂ ਵੀ ਉਸ ਵਾਹਿਗੁਰੂ ਨੂੰ ਨਮਸਕਾਰ ਕਰਕੇ ਆਪਣੀ ਜੀਵਨ ਯਾਤਰਾ ਸਫਲੀ ਕਰ ਸਕਦੇ ਹਾਂ। ਦਸਮ ਦੀ ਦੂਸਰੀ ਬਾਣੀ ਅਕਾਲ ਉਸਤਤ ਹੈ, ਜੋ ਪੰਨਾ 11 ਤੋਂ 38 ਤੱਕ ਹੈ, ਜਿਸ ਦੀਆਂ 272 ਪੌੜੀਆਂ ਹਨ, ਜੋ 1 ਘੰਟਾ ਤੇ 5 ਮਿੰਟਾਂ ਵਿੱਚ ਰਿਕਾਰਡ ਹੋਈ ਹੈ। ਜਿਸ ਅਕਾਲ ਉਸਤਤ ਬਾਣੀ ਵਿੱਚ ਪਰਮਾਤਮਾ ਦੀ ਉਸਤਤੀ ਕੀਤੀ ਗਈ ਹੈ ਕਿ ਪ੍ਰਭੂ ਕੈਸਾ ਹੈ। ਕੰਜਲਕ ਨੈਣ ਕੰਬੂ ਗਰੀਵੇ, ਕਟ ਕੇ ਹਰ ਕੁੰਜਰ ਗਮਨ, ਕਦਲੀ ਕਪੂਰ। ਐਸਾ ਉਸ ਦਾ ਸਰੂਪ ਹੈ, ਉਹਦੇ ਤੋਂ ਬਿਨਾਂ ਐਸਾ ਹੋਰ ਹੋ ਵੀ ਕੌਣ ਸਕਦਾ ਹੈ, ਤੇ ਕਲਗੀਧਰ ਤੋਂ ਬਿਨਾਂ ਹੋਰ ਉਹਦੀ ਤਸਵੀਰ ਖਿੱਚਣ ਵਾਲਾ ਕੌਣ ਹੈ। ਤੀਸਰੀ ਬਾਣੀ ਬਚਿੱਤਰ ਨਾਟਕ ਹੈ, ਜਿਸ ਦੇ 14 ਧਿਆ ਹਨ, 471 ਪੌੜੀਆਂ ਹਨ। ਦਸਮ ਦਰਬਾਰ ਦੇ ਪੰਨਾ 1/40 ਤੋਂ 73 ਪੰਨੇ ਤੱਕ ਇਹ ਬਾਣੀ ਵਿਰਾਜਮਾਨ ਹੈ। ਇਸ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੇਦੀ ਬੰਸ ਤੇ ਸੋਢ ਬੰਸ ਦਾ ਪਿਛੋਕੜ ਵਰਣਨ ਕੀਤਾ ਹੈ। 3 ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਅਤੇ ਦਸ਼ਮੇਸ਼ ਪਿਤਾ ਨੇ ਗੁਰੂ ਰਾਮਦਾਸ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸੋਢ ਬੰਸ ਦਾ ਵਰਣਨ ਕੀਤਾ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਆਪਣੇ ਜਨਮ ਦੀ ਅਤੇ ਪੂਰਬਲੇ ਜਨਮ ਦੀ ਤਪੱਸਿਆ ਦੀ ਹੇਮਕੁੰਡ ਦੀ ਕਥਾ ਵਰਣਨ ਕੀਤੀ ਹੈ, ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਦਾ ਯੁੱਧ, ਭਗਾਣੀ ਦਾ ਯੁੱਧ, ਨਦਾਉਣ ਦਾ ਯੁੱਧ, ਹੋਰ ਇਤਿਹਾਸਕ ਘਟਨਾਵਾਂ ਦਾ ਵਰਣਨ ਹੈ। ਦਸਮ ਦਰਬਾਰ ਦੀ ਚੌਥੀ ਬਾਣੀ ਚੰਡੀ ਚਰਿੱਤਰ ਉਗਤ ਬਲਾਸ ਹੈ, ਜਿਸ ਦੇ 8 ਧਿਆ ਹਨ, 233 ਪੌੜੀਆਂ ਹਨ। ਪੰਨਾ 74 ਤੋਂ 99 ਤੱਕ ਇਹ ਬਾਣੀ ਬਿਰਾਜਮਾਨ ਹੈ। ਚੰਡੀਆਂ 3 ਹਨ, ਦੂਸਰੀ ਚੰਡੀ, ਚੰਡੀ ਚਰਿੱਤਰ ਦੂਜਾ, ਇਸ ਦੀਆਂ 262 ਪੌੜੀਆਂ ਹਨ, 8 ਧਿਆ ਹਨ, 100 ਤੋਂ 118 ਪੰਨੇ ਤੱਕ ਬਿਰਾਜਮਾਨ ਹੈ। ਤੀਸਰੀ ਚੰਡੀ ਦੀ ਵਾਰ ਹੈ, ਜਿਸ ਦੀਆਂ 55 ਪੌੜੀਆਂ ਹਨ, 119 ਤੋਂ 126 ਸਫੇ ਤੱਕ ਹੈ। ਇਹ ਤਿੰਨਾਂ ਚੰਡੀਆਂ ਦੀ ਰਿਕਾਰਡਿੰਗ 1 ਘੰਟਾ 44 ਮਿੰਟਾਂ ਵਿੱਚ ਹੋਈ ਹੈ। ਬਚਿੱਤਰ ਨਾਟਕ 1 ਘੰਟਾ 9 ਮਿੰਟਾਂ ਦੀ ਬਾਣੀ ਹੈ। ਅਕਾਲ ਉਸਤਤ 1 ਘੰਟਾ 5 ਮਿੰਟਾਂ ਦੀ ਬਾਣੀ ਹੈ। ਜਾਪ ਸਾਹਿਬ 19 ਮਿੰਟਾਂ ਦੀ ਬਾਣੀ ਹੈ। ਇਸ ਤਰ੍ਹਾਂ ਚੰਡੀ ਦੀ ਵਾਰ ਦਾ ਪਾਠ ਨਿਹੰਗ ਸਿੰਘ, ਨਾਮਧਾਰੀ ਸਿੰਘ ਅਤੇ ਹੋਰ ਅਨੇਕਾਂ ਹੀ ਸ਼ਰਧਾਵਾਨ ਹਰ ਰੋਜ਼ ਸੂਰਜ ਦੀ ਟਿੱਕੀ ਉੱਗਣ ਤੋਂ ਪਹਿਲੇ ਭੋਗ ਪਾਉਂਦੇ ਹਨ। ਇਸ ਦਾ ਨਿਯਮ ਹੈ, ਸੂਰਜ ਚੜ੍ਹਨ ਤੋਂ ਪਹਿਲੇ ਅਤੇ ਸੂਰਜ ਡੁੱਬਣ ਤੋਂ ਬਾਅਦ ਇਹ ਬਾਣੀ ਪੜ੍ਹੀ ਜਾਂਦੀ ਹੈ। ਚੰਡੀ ਬਾਣੀ ਖਰੇ ਉਚਰੋ, ਖੜੇ ਹੋ ਕੇ ਬਾਣੀ ਪੜ੍ਹੀ ਜਾਂਦੀ ਚੰਡੀ ਦੀ ਵਾਰ।
ਹੱਥ ਵਿੱਚ ਸ਼ਮਸ਼ੀਰ ਨੰਗੀ ਲੈ ਕੇ ਨਿਸ਼ਾਨ ਸਾਹਿਬ ਦੇ ਹੇਠਾਂ ਸਾਰੀ ਰਾਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਈ ਲੋਕ ਆ ਕੇ ਚੰਡੀ ਦੀ ਸਿੱਧੀ ਕਰਦੇ ਆ। ਸੋ ਇਹ 3 ਬਾਣੀਆਂ 3 ਚੰਡੀਆਂ ਦੁਸਹਿਰੇ ਦੇ ਦਿਨਾਂ ਵਿੱਚ ਹਰ ਰੋਜ਼ ਪੜੀਆਂ ਜਾਂਦੀਆਂ ਹਨ 9 ਦਿਨਾਂ ਤੱਕ। 7ਵੀਂ ਬਾਣੀ ਗਿਆਨ ਪ੍ਰਬੋਧ ਹੈ ਦਸਮ ਦਰਬਾਰ ਦੀ, ਜੋ 127 ਪੰਨੇ ਤੋਂ 154 ਪੰਨੇ ਤੱਕ ਹੈ, ਜਿਸ ਦੇ 336 ਪੌੜੀਆਂ ਹਨ ਸਾਰੀਆਂ, ਜਿਸ ਦੀ ਰਿਕਾਰਡਿੰਗ 54 ਮਿੰਟਾਂ ਵਿੱਚ ਹੋਈ ਹੈ। ਇਹ 7 ਬਾਣੀਆਂ 10 ਗ੍ਰੰਥੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਿਤ ਵਿਸ਼ਵ ਪ੍ਰਚਾਰ ਵਾਸਤੇ ਮਿਲਦੀਆਂ ਹਨ। 10 ਗ੍ਰੰਥੀ ਦੀ ਪੋਥੀ ਵਿੱਚ 7 ਮੁੱਖ ਬਾਣੀਆਂ ਹਨ। ਉਸ ਤੋਂ ਅੱਗੇ ਫਿਰ ਦਸਮ ਦਰਬਾਰ ਦੀ ਜੋ ਰਚਨਾ ਹੈ ਉਸ ਵਿੱਚ 24 ਅਵਤਾਰਾਂ ਦੀ ਕਥਾ ਹੈ। 24 ਅਵਤਾਰਾਂ ਵਿੱਚੋਂ ਪਹਿਲੇ 19 ਅਵਤਾਰਾਂ ਦੀ ਕਥਾ 413 ਪੌੜੀਆਂ ਵਿੱਚ ਅੰਕਿਤ ਹੈ, ਪੰਨਾ 155 ਤੋਂ 188 ਤੱਕ। ਇਸ ਵਿੱਚ ਮੱਛ ਅਵਤਾਰ ਦੇ 54, ਕੱਛ ਦੇ 5, ਨਰਾਇਣ ਦੇ 14, 20, ਮੋਹਣੀ ਦੇ 8, ਬਰਾਹ ਦੇ 14, ਨਰਸਿੰਘ ਦੇ 42, ਬਾਮਨ ਦੇ 27, ਪਰਸ਼ੁਰਾਮ ਦੇ 35, ਬ੍ਰਹਮਾ ਜੀ ਦੇ 7 ਅਵਤਾਰਾਂ ਦੀ ਕਥਾ ਹੈ। ਰੁਦਰ ਅਵਤਾਰ ਦੇ 1 ਘਟ 40, ਗੌਰ 50, ਜਲੰਧਰ 28, ਵਿਸ਼ਨ 5, ਕਾਲਪੁਰਖ 7, ਅਰਹੰਤ 20, ਮਨੂ 8, ਧਨੰਤਰ 6, ਸੂਰਜ 27 ਅਤੇ ਚੰਦਰ ਅਵਤਾਰ 15 ਪੌੜੀਆਂ ਵਿੱਚ ਅੰਕਿਤ ਹੈ। ਸੋ ਇਹ ਸਾਰੀ ਰਚਨਾ ਜੋ ਹੈ 24 ਅਵਤਾਰਾਂ ਦੀ, ਇਸ ਦੇ 413 ਛੰਦ ਹਨ ਜਾਂ ਪੌੜੀਆਂ ਹਨ। ਇਸ ਤੋਂ ਅੱਗੇ 24 ਅਵਤਾਰਾਂ ਦੀ ਕਥਾ 20ਵਾਂ ਅਵਤਾਰ ਰਾਮ ਅਵਤਾਰ ਹੈ। ਸ਼੍ਰੀ ਰਾਮਚੰਦਰ ਜੀ ਦੀ ਪੂਰੀ ਰਮਾਇਣ 864 ਪੌੜੀਆਂ ਵਿੱਚ ਅੰਕਿਤ ਹੈ। ਇਸ ਤੋਂ ਬਾਅਦ ਫਿਰ 21ਵਾਂ ਅਵਤਾਰ ਕ੍ਰਿਸ਼ਨਾ ਅਵਤਾਰ ਆਉਂਦਾ, ਜਿਸ ਦੀ ਬਹੁਤ ਲੰਬੀ ਅਤੇ ਵੱਡੀ ਰਚਨਾ ਹੈ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ। ਦਸ਼ਮੇਸ਼ ਪਿਤਾ ਕਹਿੰਦੇ ਭਾਗਵਤ ਦਾ ਤਰਜਮਾ ਹੀ ਅਸੀਂ ਕੀਤਾ ਹੈ ਭਾਸ਼ਾ ਵਿੱਚ। ਕਿਉਂ ਕੀਤਾ ਹੈ? ਅਵਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਜਾਏ। ਹੋਰ ਤਾਂ ਸਾਨੂੰ ਕੋਈ ਸੰਕਲਪ ਨਹੀਂ ਸੀ ਸਿੱਖਾਂ ਵਿੱਚ ਧਰਮ ਯੁੱਧ ਪੈਦਾ ਕਰਨ ਲਈ ਯੋਧਿਆਂ ਦੀਆਂ ਵਾਰਾਂ, ਯੋਧਿਆਂ ਦੀ ਰਚਨਾ ਲਿਖੀ ਹੈ। ਕ੍ਰਿਸ਼ਨਾ ਅਵਤਾਰ ਦੇ 2492 ਛੰਦ ਹਨ। 22 ਸਹਿਸ 92 ਛੰਦਾ ਕਹੇ ਦਸਮਪੁਰ ਬੀਚ ਆਨੰਦਾ। ਆਨੰਦਪੁਰ ਦੇ ਵਿੱਚ ਬੈਠ ਕੇ ਇਸ ਦੀ ਰਚਨਾ ਹੋਈ ਹੈ। ਕ੍ਰਿਸ਼ਨਾ ਅਵਤਾਰ ਦੇ ਅੰਦਰ ਹੀ ਰਾਸ ਮੰਡਲ ਦਾ ਵਰਣਨ ਹੈ ਤੇ 12 ਮਾਹਾਂ ਹਨ। ਜਿਵੇਂ ਹਰ ਸੰਗਰਾਂਦ ਨੂੰ ਆਦ ਦਾ 12 ਮਾਹਾਂ ਕਿਰਤ ਕਰਮ ਕੇ ਵਿਛੜੇ ਪੜਿਆ ਜਾਂਦਾ ਹੈ, ਇਸੇ ਤਰ੍ਹਾਂ ਸੱਚਖੰਡ ਦਰਬਾਰ ਵਿੱਚ ਫਾਗਨ ਮੇ ਸਖੀ ਡਾਰ ਗੁਲਾਲ ਇਹ 12 ਮਾਹ ਪੜਿਆ ਜਾਂਦਾ। ਨਿਹੰਗ ਸਿੰਘ ਦੂਜਾ 12 ਮਾਹ ਵੀ ਪੜ੍ਹਦੇ ਹਨ। ਰਹੋ ਵਿਚਾਰ ਜਰਾਸੰਧ ਦੇ ਯੁੱਧ ਦਾ ਵਰਣਨ ਹੈ, ਜਿਸ ਵਿੱਚ ਖੜਗ ਸਿੰਘ ਦਾ ਅਨੂਪਮ ਯੁੱਧ ਹੈ ਜੋ ਪੜ੍ਹਨ ਸੁਣਨ ਵਾਲਾ। ਸੁਦਾਮੇ ਦੀ ਵਾਰਤਾ ਤੇ ਹੋਰ ਬਹੁਤ ਪ੍ਰਸੰਗ ਹਨ। ਬਹੁਤ ਲੰਬੀ ਰਚਨਾ ਹੈ। ਇਹ ਜੋ ਰਿਕਾਰਡਿੰਗ ਦੀਆਂ 5 ਸੀਡੀਆਂ ਤੀਸਰੀ ਕੰਪਨੀ ਨੇ ਤਿਆਰ ਕੀਤੀਆਂ ਹਨ ਬੜੇ ਉਦਮ ਨਾਲ। ਇਸ ਤੋਂ ਪਹਿਲੇ ਮਾਸਟਰ ਦਰਸ਼ਨ ਸਿੰਘ ਜੀ ਨਾਮਧਾਰੀ ਨੇ ਬੜਾ ਉਦਮ ਕਰਕੇ ਦਸਮ ਦਰਬਾਰ ਦੀ ਰਿਕਾਰਡਿੰਗ ਕਰਵਾਈ ਅਤੇ ਭਾਈ ਦਲਜੀਤ ਸਿੰਘ ਜੀ ਇੰਗਲੈਂਡ ਤੋਂ ਜਦ ਆਏ, ਉਹਨਾਂ ਨੇ ਵੀ ਸੁਣੀ, ਮੈਂ ਵੀ ਸੁਣੀ। ਤਾਂ ਉਹ ਸਾਡੇ ਭੁਜੰਗੀ ਕਾਬਲ ਸਿੰਘ ਨੂੰ ਪਕੜ ਕੇ ਲੈ ਗਏ ਦਿੱਲੀ। ਉੱਥੇ ਜਾ ਕੇ ਸਾਰੀ ਰਿਕਾਰਡਿੰਗ ਕੀਤੀ 5 ਸੀਡੀਆਂ ਵਿੱਚ। ਪਹਿਲੀ ਸੀਡੀ ਰਾਵਣ ਯੁੱਧ ਤੱਕ ਹੈ, ਰਾਮਾ ਅਵਤਾਰ ਤੱਕ, ਅਤੇ ਦੂਸਰੀ ਸੀਡੀ ਵਿੱਚ ਕ੍ਰਿਸ਼ਨਾ ਅਵਤਾਰ ਦੀ ਰਚਨਾ ਹੈ। ਕ੍ਰਿਸ਼ਨਾ ਅਵਤਾਰ ਜੋ ਹੈ ਇਹ ਪੰਨਾ 254 ਤੋਂ 570 ਤੱਕ ਦਸਮ ਦਰਬਾਰ ਵਿੱਚ ਅੰਕਿਤ ਹੈ। ਉਸ ਤੋਂ ਅੱਗੇ ਤੀਸਰੀ ਸੀਡੀ ਦੀ ਰਚਨਾ ਹੈ, ਜਿਸ ਵਿੱਚ ਨਰ ਅਵਤਾਰ, ਬੌਧ ਅਵਤਾਰ, ਨੇਕਲੰਕੀ ਅਵਤਾਰ, ਇਹਨਾਂ ਅਵਤਾਰਾਂ ਦੀ ਕਥਾ ਆਈ ਹੈ। ਇਹਨਾਂ ਅਵਤਾਰਾਂ ਦਾ ਵੀ ਬੜਾ
ਮਹੱਤਵ ਹੈ। ਨਰ ਅਵਤਾਰ ਦੇ ਤਾਂ 7 ਹੀ ਸ਼ਲੋਕ ਹਨ। ਬੌਧ 23ਵਾਂ ਅਵਤਾਰ ਹੈ, ਉਸਦੇ 3 ਹੀ ਸ਼ਲੋਕ ਨੇ। ਪਰ ਨੇਕਲੰਕੀ 24ਵਾਂ ਜੋ ਅਵਤਾਰ ਹੈ, ਇਸ ਦੇ 588 ਸ਼ਲੋਕਾਂ ਵਿੱਚ, ਪੌੜੀਆਂ ਵਿੱਚ ਇਹ ਸਾਰੀ ਬਾਣੀ ਅੰਕਿਤ ਹੈ, ਜਿਸ ਵਿੱਚ ਭਿਆਨਕ ਕਲਯੁਗ ਦੇ ਸਮੇਂ ਦੇ ਸਾਰੇ ਹਾਲਾਤ ਵਰਣਨ ਕੀਤੇ ਹਨ ਕਿ ਕਲਯੁਗ ਵਿੱਚ ਕੀ ਕੁਝ, ਕਿੰਨੇ ਬੱਜਰ ਪਾਪ ਹੋਣਗੇ। ਇਸ ਕਰਕੇ ਨੇਕਲੰਕੀ ਦੀ ਕਥਾ ਵੀ ਸੁਣਨ ਵਾਲੀ ਹੈ। ਨੇਕਲੰਕੀ ਅਵਤਾਰ ਤੋਂ ਬਾਅਦ ਫਿਰ ਮੀਰ ਮਹਿੰਦੀ ਦਾ ਵਰਣਨ ਹੈ। ਬ੍ਰਹਮਾ ਦੇ 7 ਅਵਤਾਰਾਂ ਦਾ ਵਰਣਨ ਹੈ। ਪਹਿਲਾ ਬਾਲਮੀਕ, ਦੂਸਰਾ ਕਸ਼ਯਪ, ਤੀਸਰਾ ਸ਼ੁਕਰ, ਬ੍ਰਹਮਾ ਬਚੇਸ, ਬਿਆਸ ਜੀ ਅਤੇ ਇਹਦੇ ਨਾਲ ਹੀ ਪ੍ਰਿਥੂ ਰਾਜਾ, ਭਰਤ, ਸਗਰ, ਜੁਜਾਤੀ, ਬੇਣ ਰਾਜਾ, ਮਾਨਤਾਤਾ, ਦਲੀਪ ਜੀ, ਰਘੂ ਰਾਜਾ, ਅਜ ਰਾਜਾ ਅਤੇ ਬ੍ਰਹਮਾ ਖਟ ਰਿਸ਼ੀ, 6 ਰਿਸ਼ੀ, ਕਾਲੀਦਾਸ ਦਾ ਅਵਤਾਰ। ਏਦਾਂ ਇਹ ਬ੍ਰਹਮਾ ਦੇ ਅਵਤਾਰਾਂ ਦੀ ਰਚਨਾ ਹੋਈ ਹੈ। ਜਿਵੇਂ ਜਿਵੇਂ ਇਹਨਾਂ ਰਾਜਿਆਂ ਨੇ ਕੌਂਤਕ ਕੀਤੇ ਹਨ। ਉਸ ਤੋਂ ਅੱਗੇ ਰੁਦਰਾ ਅਵਤਾਰ ਦੀ ਕਥਾ ਹੁੰਦੀ ਹੈ, ਜਿਸ ਵਿੱਚ ਦੱਤਾਤਰੇय ਦੀ ਬੜੀ ਅਨੂਪਮ ਕਥਾ ਹੈ। ਦੱਤਾਤਰੇय ਭਗਵਾਨ ਅਨਸੂਆ ਦੇ ਪੁੱਤਰ ਹੋਏ ਹਨ, ਅਤਰੇ ਰਿਸ਼ੀ ਦੇ ਗ੍ਰਹਿ ਵਿਖੇ, ਜੋ ਬੜੇ ਪ੍ਰਤਾਪੀ ਹੋਏ ਨੇ, ਜਿਨ੍ਹਾਂ ਦਾ ਮਤ ਸਾਰੇ ਸੰਸਾਰ ਵਿੱਚ ਫੈਲਿਆ ਅਤੇ ਇਹਨਾਂ ਨੇ 24 ਗੁਰੂ ਧਾਰਨ ਕੀਤੇ, ਜਿਹਦੇ ਤੋਂ ਵੀ ਸਿੱਖਿਆ ਲਈ ਉਸੇ ਨੂੰ ਗੁਰੂ ਬਣਾ ਲਿਆ। 24 ਗੁਰੂਆਂ ਤੋਂ ਸਿੱਖਿਆ ਲੈ ਕੇ ਦੱਤਾਤਰੇय ਨੇ ਉਹਨਾਂ 24 ਗੁਰੂਆਂ ਦਾ ਵਰਣਨ ਕੀਤਾ ਕਲਗੀਧਰ ਪਾਤਸ਼ਾਹ ਨੇ। ਉਸ ਤੋਂ ਅੱਗੇ ਫਿਰ ਰੁਦਰ ਅਵਤਾਰ ਦੇ ਅੰਦਰ ਹੀ ਪਾਰਸਨਾਥ ਦਾ ਪ੍ਰਸੰਗ ਆਇਆ ਹੈ। ਪਾਰਸਨਾਥ ਦੇ ਅੰਦਰ ਮੋਹ ਵਿਵੇਕ ਦਾ ਜੰਗ ਚੱਲਦਾ ਹੈ। ਇੱਕ ਬੰਨੇ ਮੋਹ ਦੀ ਸੈਨਾ ਹੈ, ਇੱਕ ਬੰਨੇ ਵਿਵੇਕ ਰਾਜਾ ਹੈ। ਇਹਨਾਂ ਦਾ ਇੱਕ ਨਾਟਕ ਬਣਾ ਕੇ ਮੁਕਾਬਲਾ ਕੀਤਾ ਹੈ, ਆਸਰੀ ਗੁਣਾਂ ਦਾ ਤੇ ਦੇਵੀ ਗੁਣਾਂ ਦਾ। ਦੇਵੀ ਗੁਣਾਂ ਦੀ ਜਿੱਤ ਹੈ, ਆਸਰੀ ਗੁਣਾਂ ਦੀ ਹਾਰ ਹੈ, ਪਰ ਇਹ ਵੀ ਕਮਜ਼ੋਰ ਨਹੀਂ। ਉਸ ਵਿੱਚ 52 ਸੂਰਬੀਰ ਇੱਕ ਬੰਨੇ ਹਨ, 54 ਸੂਰਬੀਰ ਇੱਕ ਬੰਨੇ ਹਨ। ਉਹਨਾਂ ਦਾ ਆਪੋ ਵਿੱਚ ਮੁਕਾਬਲਾ ਹੁੰਦਾ ਹੈ। ਇਹ ਬੜੀ ਅਨੂਪਮ ਕਥਾ ਹੈ, ਬ੍ਰਹਮ ਗਿਆਨ ਦੇ ਦੇਣ ਵਾਲੀ ਹੈ। ਜੋ ਵਿਵੇਕ ਬੁੱਧੀ ਵਾਲੇ ਲੋਕ ਹਨ, ਉਹ ਇਸ ਦਾ ਵਾਰ-ਵਾਰ ਚਿੰਤਨ ਕਰਦੇ ਹਨ। ਮੋਹ ਵਿਵੇਕ ਦਾ ਯੁੱਧ। ਇਸ ਤੋਂ ਅੱਗੇ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਦਰਬਾਰ ਦੇ ਅੰਦਰ ਸ਼ਬਦ ਹਜ਼ਾਰਿਆਂ ਦੀ ਰਚਨਾ ਹੁੰਦੀ ਹੈ। 10 ਸ਼ਬਦ ਹਨ, ਰੇ ਮਨ ਐਸੋ ਕਰ ਸੰਨਿਆਸਾ। ਬੜਾ ਸੁੰਦਰ ਉਪਦੇਸ਼ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਵਿਰਾਗਮਈ ਉਪਦੇਸ਼ ਵੀ ਹੈ, ਤਿਆਗਮਈ ਉਪਦੇਸ਼ ਵੀ ਹੈ। ਇਹ 10 ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਪੰਨਾ 709 ਤੇ ਹੈ ਇਹ ਬਾਣੀ। ਉਸ ਦੇ ਬਾਅਦ ਫਿਰ ਇੱਕ 32 ਸਵਈਏ ਨਾਮ ਦੀ ਰਚਨਾ ਹੈ, ਜੋ ਹੱਥ ਲਿਖਤ ਪੁਰਾਤਨ ਸਰੂਪਾਂ ਵਿੱਚ ਅਤੇ ਲਾਹੌਰ ਦੇ ਸਰੂਪ ਵਿੱਚ ਪ੍ਰਕਾਸ਼ਿਤ ਹੋਈ ਹੈ। ਕੁਝ ਥਾਵਾਂ ਤੇ ਰਚਨਾ 33 ਸਵਈਏ ਹਨ, ਜਾਗਤ ਜੋਤ ਜਪੇ ਨਿਸਬਾਸਰ। ਅਤੇ ਜੋ ਸਾਡੇ ਪਾਸ ਅਤੇ ਸ਼ਿਕਾਰ ਘਾਟ ਵਿੱਚ ਹੱਥ ਲਿਖਤ ਸਰੂਪ ਹੈ, ਉਹਦੇ ਵਿੱਚ 34 ਸਵਈਏ ਹਨ। ਜਿਸਕੇ ਗੁਰਮਸਤਕ ਹੱਥ ਧਰਿਓ ਜਾਣਤ ਹੈ ਸਭ ਕੇ ਘਟ ਰੋ ਵਿਚਾਰ। ਇਸ ਬਾਣੀ ਵਿੱਚ ਗਿਆਨ ਵੀ ਹੈ, ਵੈਰਾਗ ਵੀ ਹੈ ਅਤੇ ਮੋਹ ਦਾ ਤਿਆਗ ਵੀ ਹੈ। ਅਨੇਕਾਂ ਗੁਰਸਿੱਖ ਇਸ ਬਾਣੀ ਨੂੰ ਹਰ ਰੋਜ਼ ਨਿਤਨੇਮ ਵਿੱਚ ਵੀ ਪੜ੍ਹਦੇ ਹਨ। ਇਸ ਤੋਂ ਅੱਗੇ ਖਾਲਸੇ ਦੀ ਮਹਿਮਾ ਦੇ 3 ਸਵਈਏ ਹਨ। ਜੋ ਕੁਛ ਲਿਖਿਓ ਵਿਦਨਾ ਅਤੇ ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨ ਲਾਗਤ ਨੀਕੋ। ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕੇਸੋ ਦਾਸ ਦੇ ਪਰਥਾਏ ਕਿ ਜੋ ਕੁਝ ਵੀ ਹੈ ਖਾਲਸੇ ਦਾ ਹੀ ਹੈ। ਮੈਂ ਖਾਲਸੇ ਦਾ ਹਾਂ, ਖਾਲਸਾ ਮੇਰਾ ਹੈ। 3 ਸਵਈਏ ਤੇ ਇੱਕ ਦੋਹਰਾ ਹੈ। ਇੱਥੇ ਦਸਮ ਦਰਬਾਰ ਦਾ ਮੱਧ ਲੱਗ ਜਾਂਦਾ ਹੈ, ਅੱਧ ਹੋ ਜਾਂਦਾ ਹੈ। ਪੰਨਾ 716 ਤੱਕ ਇਹ ਰਚਨਾ ਚੱਲਦੀ ਹੈ। 716 ਤੋਂ ਅੱਗੇ ਫਿਰ ਦੂਜਾ ਭਾਗ ਉੱਤਰਾਰਧ ਸ਼ੁਰੂ ਹੁੰਦਾ ਹੈ। ਇਹ ਪੂਰਵਾਰਧ ਹੈ, ਪਹਿਲੀ ਪੋਥੀ। ਫਿਰ ਦੂਸਰੀ ਪੋਥੀ ਦਸਮ ਦਰਬਾਰ ਦੀ ਸ਼ੁਰੂ ਹੋ ਜਾਂਦੀ ਹੈ, ਜਿਸ ਵਿੱਚ ਪਹਿਲੀ ਬਾਣੀ ਸ਼ਸਤਰ ਨਾਮ ਮਾਲਾ ਹੈ।
ਸ਼ਸਤਰ ਨਾਮ ਮਾਲਾ ਦੇ 5 ਧਿਆ ਹਨ। ਪਹਿਲੇ ਧਿਆ ਵਿੱਚ ਹੀ ਪਹਿਲਾ ਧਿਆ ਤੇ ਸਭ ਲੋਕ ਹਜੂਰ ਸਾਹਿਬ ਵਿੱਚ ਨਿਤਨੇਮ ਵਿੱਚ ਵੀ ਪੜ੍ਹੀ ਜਾਂਦੀ ਹੈ ਤੇ ਅੰਮ੍ਰਿਤ ਵਿੱਚ ਵੀ ਪੜ੍ਹੀ ਜਾਂਦੀ ਹੈ। ਰਹੋ ਵਿਚਾਰ। ਸ਼ਸਤਰ ਨਾਮ ਮਾਲਾ ਪਹਿਲੇ ਧਿਆ ਵਿੱਚ ਕਿਰਪਾਨ ਤੇ ਚੱਕਰਾਂ ਦੇ ਨਾਮਾਂ ਦਾ ਵਰਣਨ ਹੈ। ਦੂਸਰੇ ਧਿਆ ਵਿੱਚ ਬਾਣਾਂ ਦੇ ਨਾਮ ਹਨ। ਤੀਸਰੇ ਧਿਆ ਵਿੱਚ ਬਾਂਸ ਦੇ ਨਾਮ ਹਨ ਅਤੇ ਫਿਰ ਪੰਜਵੇਂ ਧਿਆ ਦੇ ਅੰਦਰ ਤੁਮਕ ਦੇ ਨਾਮ ਨੇ, ਭਾਵ ਅਨੰਤ ਨਾਮ ਹਨ ਉਸ ਦੇ। ਸੋ ਇਸ ਪ੍ਰਕਾਰ ਦੇ ਨਾਲ ਸ਼ਸਤਰ ਨਾਮ ਮਾਲਾ ਦਾ ਪਹਿਲਾ ਧਿਆ 27 ਪੌੜੀਆਂ ਦਾ ਹੈ। ਦੂਜੇ ਧਿਆ ਦੇ ਵਿੱਚ ਕਿਰਪਾਨ ਚੱਕਰ ਨਾਮ ਹਨ। ਤੀਜੇ ਧਿਆ ਵਿੱਚ ਬਾਣ ਨਾਮ ਹਨ। ਚੌਥੇ ਧਿਆ ਵਿੱਚ ਬਾਂਸ ਨਾਮ ਹਨ। ਪੰਜਵੇਂ ਧਿਆ ਵਿੱਚ ਤੁਮਕ ਬੰਦੂਕ ਦੇ ਅਨੇਕਾਂ ਨਾਮ ਨੇ, ਦ੍ਰਿਸ਼ਟਕੋਣਾਂ ਹਨ। ਬਹੁਤ ਵਿਵੇਕ ਬੁੱਧੀ ਨਾਲ ਇਸ ਬਾਣੀ ਨੂੰ ਸਮਝਿਆ ਜਾ ਸਕਦਾ ਹੈ। ਇਹਦੇ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਜੀ ਜਿੱਥੇ ਸ਼ਾਸਤਰ ਵਿਦਿਆ ਵਿੱਚ ਪ੍ਰਵੀਨ ਹਨ, ਉੱਥੇ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਹਨ। ਜਿਵੇਂ ਗੱਤਕਾ ਅਤੇ ਹੋਰ ਆਪਣੇ ਸਰੀਰਕ ਦੀ ਰੱਖਿਆ ਵਾਸਤੇ ਕਿਵੇਂ ਸ਼ਸਤਰਾਂ ਦਾ ਪ੍ਰਯੋਗ ਕਰਨਾ ਤੇ ਸੂਰਮਿਆਂ ਨੇ ਕੀਤਾ, ਇਹ ਇੱਕ ਮਹਾਨ ਵਿਦਿਆ ਹੈ। ਇਸ ਤੋਂ ਅੱਗੇ ਫਿਰ ਤ੍ਰਿਆ ਚਰਿੱਤਰ ਜਾਂ ਚਰਿੱਤਰੋਪਖਿਆਨ ਨਾਮ ਦੀ ਬਹੁਤ ਲੰਬੀ ਰਚਨਾ ਹੈ। ਕਰੀਬਨ ਅੱਧਾ ਦਰਬਾਰ ਇਸਤਰੀਆਂ ਦੇ ਹੀ 405 ਚਰਿੱਤਰਾਂ ਨਾਲ ਭਰਿਆ ਹੈ। ਆਪਣੇ ਸਿੱਖਾਂ ਨੂੰ ਸੁਚੇਤ ਕਰਨ ਵਾਸਤੇ ਅਕਾਲ ਤਖਤ ਦੀ ਹੁਣ ਨਵੀਂ ਰਚਨਾ ਹੋਈ। ਪਹਿਲੀ ਵਿੱਚ ਅਸੀਂ ਦੇਖਿਆ ਕਿ ਉਪਦੇਸ਼ ਲਿਖਿਆ ਹੁੰਦਾ ਸੀ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦੈ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬਲਾ ਕਟ ਥਾਰੇ, ਨਿਜ ਨਾਰੀ ਕੇ ਸੰਗ ਨੇ ਹੋ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸਿੱਖਿਆ ਲਿਖੀ ਜੋ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਛੋਟੀ ਉਮਰ ਵਿੱਚ ਦਿੱਤੀ ਸੀ। ਉਸ ਸਿੱਖਿਆ ਦਾ ਬਹੁਤ ਵੱਡਾ ਵਿਸਥਾਰ ਕਲਗੀਧਰ ਪਾਤਸ਼ਾਹ ਨੇ ਕੀਤਾ। ਬਹੁਤ ਘੱਟ ਲੋਕਾਂ ਨੇ ਕਾਮ ਦੀ ਵਿਆਖਿਆ ਕੀਤੀ ਹੈ। ਕਲਗੀਧਰ ਨੇ ਖੁੱਲ੍ਹ ਕੇ ਇਸ ਦੇ ਉੱਤੇ ਚਰਿੱਤਰ ਲਿਖੇ ਹਨ ਅਤੇ ਸਭ ਤੋਂ ਆਖਰੀ ਚਰਿੱਤਰ ਜੋ ਹੈ 405ਵਾਂ ਸੁਬੁੱਧਵਾਚ, ਇਸ ਵਿੱਚ ਅਕਾਲ ਪੁਰਖ ਦਾ, ਅਨੇਕ ਪ੍ਰਕਾਰ ਦੀਆਂ ਦਵਾਈਆਂ ਦਾ, ਅਨੇਕ ਪ੍ਰਕਾਰ ਦੇ ਰੋਗਾਂ ਦਾ ਵਰਣਨ ਹੈ ਅਤੇ ਅੰਤ ਵਿੱਚ ਬੇਨਤੀ ਚੌਪੀ ਆਉਂਦੀ ਹੈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਇਹ ਜੋ ਬੇਨਤੀ ਚੌਪੀ ਦਾ ਪਾਠ ਹੈ, ਇਹ ਵੀ ਚਰਿੱਤਰਾਂ ਦੀ ਸਮਾਪਤੀ ਤੇ ਹੈ। ਗੁਰੂ ਜੀ ਨੂੰ ਪੁੱਛੋ ਤੁਹਾਡਾ ਗੁਰੂ ਕੌਣ ਹੈ, ਤਾਂ ਬੇਨਤੀ ਵਿੱਚ ਕਹਿੰਦੇ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਾਡਾ ਗੁਰੂ ਅਕਾਲ ਪੁਰਖ ਹੈ। ਵੈਸੇ ਤੇ ਖਾਲਸੇ ਦੇ 10 ਗੁਰੂ ਹਨ, 10 ਪਾਤਸ਼ਾਹੀਆਂ। 10 ਪਾਤਸ਼ਾਹੀਆਂ ਦਾ ਜੋ ਗਿਆਨ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਹੈ ਤੇ ਸਰੀਰਕ ਸਰੂਪ ਪੰਥ ਖਾਲਸਾ ਹੈ। ਖਾਲਸਾ ਗੁਰੂ ਹੈ। ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਰਚਨਾ ਦੇ ਕੇ ਸਾਨੂੰ ਨਵਾਜਿਆ ਹੈ ਅਤੇ ਇੰਨੇ ਮਹਾਨ ਹੁੰਦਿਆਂ ਹੋਇਆ ਆਪਣਾ ਸਾਰਾ ਪ੍ਰੋਗਰਾਮ ਨਹੀਂ ਲਿਖਿਆ ਹੈ ਗੁਰ ਦਰਬਾਰ ਵਿੱਚ ਕਿ ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਅਸੀਂ ਜਗਤ ਵਿੱਚ ਆਏ ਹੀ ਧਰਮ ਵਾਸਤੇ ਹਾਂ। ਸਾਨੂੰ ਹੁਕਮ ਹੋਇਆ ਤੁਰ ਦਰਗਾਹ ਤੋਂ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ। ਜਿੱਥੇ ਜਿੱਥੇ ਜਾਓ ਧਰਮ ਦਾ ਪ੍ਰਚਾਰ ਕਰੋ, ਵਿਸਥਾਰ ਕਰੋ, ਦੁਸ਼ਟਾਂ ਦੋਖੀਆਂ ਨੂੰ ਪਕੜ ਕੇ ਖਤਮ ਕਰੋ। ਉਹਨਾਂ ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਏ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ। ਧਰਮ ਚਲਾਵਣ, ਪਹਿਲਾ ਪ੍ਰੋਗਰਾਮ ਧਰਮ ਚਲਾਉਣਾ, ਧਰਮ ਦੇ ਰਸਤੇ ਤੇ ਤੁਰਨਾ, ਸੰਤ ਉਬਾਰਨ, ਸੰਤਾਂ ਦੀ ਰੱਖਿਆ ਕਰਨੀ, ਦੁਸ਼ਟ ਸਬਨ ਕੋ ਮੂਲ ਉਪਾਰ। ਅਸ਼ਤੇ ਦੁਸ਼ਟਾਂ ਦੋਖੀਆਂ ਦਾ ਖੁਰਾ ਖੋਜ ਮਿਟਾ ਦੇਣਾ, ਕਿਉਂਕਿ ਐਸੀ ਸਮਰੱਥਾ ਉਹਦੇ ਵਿੱਚ ਹੀ ਹੋ ਸਕਦੀ ਹੈ ਜਿਹਨੂੰ ਅਕਾਲ ਦਾ ਭਰੋਸਾ ਹੋਵੇ। ਜਿਸ ਨੂੰ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ। ਜਿਹਨੂੰ ਸੱਜਣ ਅਕਾਲ ਪੁਰਖ ਰੱਖਣ ਵਾਲਾ, ਦੁਸ਼ਮਣ ਉਹਦਾ ਕੀ ਵਿਗਾੜ ਸਕਦਾ। ਸ਼ਵੈ ਨ ਸਕੇ ਤੇ ਸ਼ਾਹੇ ਕੋ ਨਿਹਫਲ ਜਾਏ ਗੁਹਾਰ। ਉਹਦੀ ਸ਼ਾਨ ਨੂੰ ਵੀ ਨਹੀਂ ਛੂਹ ਸਕਦਾ। ਜੇ ਕੋਈ ਮੂਰਖ ਯਤਨ ਕਰੇਗਾ ਤੇ ਪਛਤਾਵੇਗਾ।
ਫਿਰ ਕਲਗੀਧਰ ਪਾਤਸ਼ਾਹ ਆਪ ਪਰਮੇਸ਼ਰ ਦਾ ਸਰੂਪ ਹੁੰਦਿਆਂ ਹੋਇਆਂ ਕੋਈ ਐਸਾ ਨਾ ਚਾਹੇ ਕਿ ਆਪਣੀ ਪੂਜਾ ਚਾਹੁੰਦੇ। ਗੁਰੂ ਜੀ ਕਹਿੰਦੇ ਜੇ ਹਮਕੋ ਪਰਮੇਸ਼ਰ ਉੱਚ ਰਹੇ ਤੇ ਸਭ ਨਰਕ ਕੁੰਡ ਮੇਂ ਪਰ ਹੈ। ਮਹਾਰਾਜ ਫਿਰ ਅਸੀਂ ਤੁਹਾਨੂੰ ਕੀ ਸਮਝੀਏ? ਮੋਕੋ ਦਾਸ ਤਮਨ ਕਾ ਜਾਨੋ, ਜਾਮੇ ਭੇਦਨ ਰੰਚ ਪਛਾਨੋ। ਮੈਨੂੰ ਤੁਸੀਂ ਅਕਾਲ ਪੁਰਖ ਦਾ ਦਾਸ ਸਮਝੋ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਮੈਂ ਤੇ ਜਗਤ ਦਾ ਤਮਾਸ਼ਾ ਕੌਂਤਕ ਦੇਖਣ ਵਾਸਤੇ ਆਇਆ ਹਾਂ। ਇਸ ਤਰ੍ਹਾਂ ਦੀ ਬੇਅੰਤ ਰਚਨਾ ਹੈ। ਚਰਿਤਰਾਂ ਦੇ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਫਰਨਾਮਾ ਇੱਕ ਚਿੱਠੀ ਲਿਖੀ ਹੈ ਦੀਨੇ ਕਾਂਗੜ ਤੋਂ। ਜਿਸ ਚਿੱਠੀ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ, ਉਹਨੂੰ ਆਪਣੇ ਕੀਤੇ ਪਛਤਾਵੇ ਯਾਦ ਆਉਂਦੇ ਨੇ ਕਿ ਮੈਂ ਇੰਨਾ ਜ਼ੁਲਮ ਕੀਤਾ, ਮੇਰੇ ਵਰਗਾ ਹੋਰ ਪਾਪੀ ਕੌਣ ਹੈ, ਮੈਨੂੰ ਤੇ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲੇਗੀ। ਇਹ ਫਤਿਹ ਦੀ ਚਿੱਠੀ ਲਿਖੀ ਹੈ ਜਫਰਨਾਮਾ। 111 ਪੌੜੀਆਂ ਦੀ ਪਹਿਲੀ ਰਚਨਾ ਹੈ। ਇਸ ਦੇ ਬਾਅਦ 11 ਹਕਾਇਤਾਂ ਪ੍ਰਮਾਣ ਦੇ ਦੇ ਕੇ ਉਹਨੂੰ ਸਮਝਾਇਆ ਹੈ ਕਿ ਤੇਰੇ ਨਾਲੋਂ ਤਾਂ ਉਹ ਇਸਤਰੀ ਚੰਗੀ ਸੀ ਜਿਹੜੀ ਪਤੀ ਦੀ ਆਗਿਆ ਵਿੱਚ ਚੱਲੀ। ਸੋ ਇਹ 12 ਹਕਾਇਤਾਂ ਵਿੱਚ ਇਸ ਦੀ ਸਮਾਪਤੀ ਹੋ ਜਾਂਦੀ ਹੈ। ਕੁਝ ਹੱਥ ਲਿਖਤ ਸਰੂਪਾਂ ਵਿੱਚ ਹੋਰ ਵੀ ਅਸਫੋਕਟ ਬਾਣੀਆਂ ਹਨ, ਜਿਵੇਂ ਸ਼੍ਰੀ ਪਟਨਾ ਸਾਹਿਬ ਤਖਤ ਸਾਹਿਬ ਦੇ ਉੱਤੇ ਜੋ ਪ੍ਰਾਤਨ ਦਸਮ ਦਰਬਾਰ ਹੈ, ਉਹਦੇ ਵਿੱਚ ਉਗਰਦੰਤੀ ਦਾ ਪਾਠ ਹੈ, ਜੋ 22 ਛੰਦਾਂ ਦੇ 6 ਛੰਦ ਹਨ, 22 ਪੌੜੀਆਂ ਦੇ, ਜਿਸ ਵਿੱਚ ਗਊ ਦੀ ਰੱਖਿਆ ਵਾਸਤੇ ਅਤੇ ਆਪਣੇ ਦੇਸ਼ ਦੀ ਰੱਖਿਆ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਪਾਸੋਂ ਇਹ ਵਰਦਾਨ ਮੰਗਿਆ ਹੈ ਕਿ ਇਹ ਮੈਨੂੰ ਵਰਦਾਨ ਦਿਓ, ਸਗਲ ਜਗਤ ਮੋ ਖਾਲਸਾ ਪੰਥ ਗਾਜੈ, ਜਗੇ ਧਰਮ ਹਿੰਦਕ ਦੁਸ਼ਟ ਦੁੰਦ ਪਾਜੇ। ਇਹ ਹਿੰਦੂ ਜਾਗਰਤੀ ਵਿੱਚ ਆਉਣ। ਇਹਨਾਂ ਹਿੰਦੂਆਂ ਨੇ ਜਦੋਂ ਸ਼ਸਤਰ ਰੱਖ ਦਿੱਤੇ ਤੇ ਗੁਲਾਮ ਹੋ ਗਏ। ਇਹਨਾਂ ਦੇ ਹੱਥ ਵਿੱਚ ਫਿਰ ਸ੍ਰੀ ਸਾਹਿਬ ਪਕੜਾਈ ਦਸਮ ਪਾਤਸ਼ਾਹ ਜੀ ਨੇ ਅਤੇ ਉਹ ਹਿੰਦੂ ਅੰਮ੍ਰਿਤ ਛਕ ਕੇ ਖਾਲਸੇ ਸਜ ਗਏ, ਆਪਣੀ ਰੱਖਿਆ ਆਪ ਕੀਤੀ। ਇੱਕ ਬਾਣੀ ਦਾ ਨਾਮ ਭਗਉਤੀ ਸਤੋਤਰ ਹੈ ਜੋ ਬਾਬਾ ਦੀਪ ਸਿੰਘ ਜੀ ਪੜਿਆ ਕਰਦੇ ਸਨ। ਬਾਬਾ ਦੀਪ ਸਿੰਘ ਜੀ ਦੇ ਵਿੱਚ ਇੰਨੀ ਦਸਮ ਦਰਬਾਰ ਦੀ ਸ਼ਕਤੀ ਹੈ ਕਿ ਸਿਰ ਤੋਂ ਬਿਨਾਂ ਜਿਨ੍ਹਾਂ ਦਾ ਕੁਬੰਧ ਧੜ ਲੜਦਾ ਹੈ। ਅੱਜ ਕੱਲ ਦੇ ਮਨਮੁਖ ਗਿਆਨੀ, ਚੁੰਝ ਗਿਆਨੀ ਜਿਹੜੇ ਇਹ ਕਹਿੰਦੇ ਮਹਾਰਾਜ ਨੂੰ ਫੱਟ ਲੱਗਾ ਬਾਬਾ ਦੀਪ ਸਿੰਘ ਨੂੰ, ਸਿਰ ਧੜ ਨਾਲੋਂ ਵੱਖਰਾ ਨਹੀਂ ਹੋਇਆ। ਐਸੇ ਮਨਮੁਖਾਂ ਦੀ ਕਥਾ ਤੇ ਸਾਖੀਆਂ ਪੜ੍ਹ ਕੇ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ? ਸਿਰ ਧੜ ਨਾਲੋਂ ਵੱਖਰਾ ਹੋ ਗਿਆ ਤੇ ਤਲੀ ਤੇ ਰੱਖ ਕੇ ਬਾਬਾ ਜੀ ਲੜਦੇ ਰਹੇ। ਉਹਨਾਂ ਵਿੱਚ ਬਾਣੀ ਦੀ ਸੱਤਿਆ ਸੀ, ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਸਰੂਪ ਦੇ 5 ਉਤਾਰੇ ਕੀਤੇ। ਰਹੋ ਵਿਚਾਰ ਭਗਉਤੀ ਸਤੋਤਰ ਨਾਮ ਦੀ ਬਾਣੀ ਹੈ, ਬ੍ਰਹਮ ਕਵਚ ਹੈ, ਨਾਮ ਸ਼ਸਤਰ ਮਾਲਾ ਮੂਲ ਮੰਤਰ ਹੈ, ਸ਼੍ਰੀ ਕਾਲ ਲੱਖੀ ਜੰਗਲ ਦਾ ਹਾਲ, ਲੱਖੀ ਜੰਗਲ ਖਾਲਸਾ ਆਏ ਦਿਤਾਰ ਕੀ। ਇਸੇ ਤਰ੍ਹਾਂ ਇੱਕ ਬਾਣੀ ਹੈ ਸੰਤ ਕਾਜ, ਰਾਜਪੂਤ ਘੋੜੇ, ਮਾਲਕੌਸ ਦੀ ਵਾਰ, ਭਗਤ ਭਗਉਤੀ ਤਿਸੇ ਕੀ ਜੋਰਨ ਧੀਰ ਧਰੇ ਅਤੇ ਅਸਫੋਕਟ ਕਵਿਤਾਂ ਦੀ ਰਚਨਾ ਹੈ। ਅਤੇ ਸੰਸਾਹਰ ਸੁਖਮਣਾ ਨਾਮ ਦੀ ਬਹੁਤ ਸੁੰਦਰ ਬਾਣੀ ਹੈ। ਹੋਰ ਵੀ ਅਨੇਕਾਂ ਦਸਮ ਦਰਬਾਰਾਂ ਵਿੱਚ ਅਸੀਂ ਉਸ ਨੂੰ ਦੇਖਿਆ ਹੈ। ਇਹ ਸਾਰੀਆਂ ਬਾਣੀਆਂ ਵੀ ਜਫਰਨਾਮੇ ਦੇ ਬਾਅਦ ਰਿਕਾਰਡ ਕਰ ਦਿੱਤੀਆਂ ਗਈਆਂ ਹਨ। ਦਸਮ ਪਾਤਸ਼ਾਹ ਜੀ ਦੀ ਇੱਕ ਹੋਰ ਬਹੁਤ ਲੰਬੀ ਰਚਨਾ ਹੈ ਗੋਬਿੰਦ ਗੀਤਾ। ਇਸ ਨੂੰ ਭਗਵੰਤ ਗੀਤਾ ਵੀ ਕਿਹਾ ਗਿਆ ਹੈ, ਜੋ ਪਟਨਾ ਸਾਹਿਬ ਜੀ ਦੇ ਪ੍ਰਾਤਨ ਸਰੂਪ ਵਿੱਚ ਹੈ। ਉਸ ਦੀ ਰਿਕਾਰਡਿੰਗ ਇਸ ਵਿੱਚ ਨਹੀਂ, ਉਸ ਦੀ ਵੱਖਰੀ ਰਿਕਾਰਡਿੰਗ ਅਤੇ ਵੱਖਰੀ ਪੋਥੀ ਛਾਪੀ ਜਾਵੇਗੀ। ਸੋ ਗੋਬਿੰਦ ਗੀਤਾ ਇਸ ਪ੍ਰਕਾਰ ਦੇ ਨਾਲ ਇਹ 5 ਕੈਸਟਾਂ ਵਿੱਚ ਭਾਈ ਦਲਜੀਤ ਸਿੰਘ ਜੀ UK ਵਾਲਿਆਂ ਦੇ ਉਦਮ ਨਾਲ ਤੀਸਰੀ ਕੰਪਨੀ ਨੇ ਰਿਕਾਰਡਿੰਗ ਕੀਤੀ ਹੈ। ਇਸ ਦੀ ਮਹਿਮਾ ਤਾਂ ਹੋਰ ਵੀ ਬਹੁਤ ਮਹਾਨ ਹੈ, ਜਿੰਨਾ ਚਿਰ ਮਰਜ਼ੀ ਕਹੀ ਜਾਈਏ, ਪਰ ਟੂਕ ਮਾਤਰ ਦੇ ਨਾਲ ਮੈਂ ਇਹ ਸਾਰੀ ਬਿਆਨ ਕੀਤੀ ਹੈ। ਭਾਈ ਦੇਸਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ, ਸੁਣੋ ਸਿੰਘ ਇੱਕ ਬਚਨ ਹਮਾਰਾ, ਐ ਸਿੱਖਾ ਸਾਡਾ ਧਿਆਨ ਨਾਲ ਬਚਨ ਸੁਣ, ਪ੍ਰਥਮੇ ਹਮਨੇ ਜਾਪ ਉਚਾਰਾ। ਪਹਿਲਾਂ ਅਸੀਂ ਜਾਪ ਸਾਹਿਬ ਦੀ ਰਚਨਾ ਕੀਤੀ, ਪੁਨ ਅਕਾਲ ਉਸਤਤ ਜੇ ਕਹੀ, ਫਿਰ ਅਕਾਲ ਉਸਤਤ ਨਾਮ ਦੀ ਬਾਣੀ ਵਿੱਚ ਅਕਾਲ ਪੁਰਖ ਦੇ ਨਾਮਾਂ ਦਾ ਵਰਣਨ, ਵੇਦ ਸਮਾਨ ਪਾਠ ਜੇ ਅਹੀ।
ਜਿਨ੍ਹਾਂ ਦਾ ਮਹਾਤਮ ਵੇਦਾਂ ਦੇ ਪਾਠ ਨਾਲੋਂ ਵੀ ਉੱਤਮ ਹੈ। ਪੁਨ ਬਚਿੱਤਰ ਨਾਟਕ ਬਣਵਾਇਓ, ਸੋਢ ਬੰਸ ਜੇ ਕਥਾ ਸੁਹਾਇਓ। ਫਿਰ ਬਚਿੱਤਰ ਨਾਟਕ ਦੀ ਰਚਨਾ ਕੀਤੀ, ਸੋਢ ਬੰਸ ਦਾ ਵਰਣਨ। ਪੁਨ ਦੋ ਚੰਡੀ ਚਰਿੱਤਰ ਬਣਾਏ, ਅੰਤਰ ਕੇ ਸਭ ਕਬ ਮਨ ਪਾਏ। ਫਿਰ ਚੰਡੀ ਚਰਿੱਤਰ ਦੀ ਰਚਨਾ, ਚੰਡੀ ਦੀ ਵਾਰ ਦੀ ਰਚਨਾ, ਗਿਆਨ ਪ੍ਰਬੋਧ ਬੋਧ ਹਮ ਕਹਾ। ਗਿਆਨ ਪ੍ਰਬੋਧ ਨਾਮ ਦੀ ਬਾਣੀ ਆਖੀ ਹੈ। ਇਥੋਂ ਤੱਕ 10 ਗ੍ਰੰਥੀ। ਜਸ ਪਾਠ ਕਰ ਹਰ ਪਦ ਲਾਹਾ। ਜਿਹੜਾ 10 ਗ੍ਰੰਥੀ ਦਾ ਹੀ ਪਾਠ ਵਾਰ-ਵਾਰ ਕਰਦਾ ਹੈ, ਹਰੀ ਵਿੱਚ ਉਪੇਦ ਹੋ ਜਾਂਦਾ ਹੈ। ਪੁਨ 24 ਅਵਤਾਰ ਕਹਾਣੀ, ਵਰਣਨ ਕਰਾ ਸਮਝੀ ਹਮ ਗਿਆਨੀ। ਆਪਣੇ ਸਿੱਖਾਂ ਦੀ ਸਮਝ ਵਾਸਤੇ 24 ਅਵਤਾਰਾਂ ਦੀ ਕਥਾ ਵਰਣਨ ਕੀਤੀ ਹੈ। ਦੱਤਾਤਰੇ ਕੇ ਗੁਰੂ ਸੁਨਾਏ, ਪੁਨ ਬਚਿੱਤਰ ਬਖਿਆਨ ਬਣਾਏ। ਫਿਰ ਦੱਤਾਤਰੇ ਦੇ ਗੁਰੂਆਂ ਦਾ ਵਰਣਨ। ਤਿਨਕੋ ਵੀ ਇੱਕ ਗ੍ਰੰਥ ਬਖਾਨਾ, ਪੜੇ ਮੂਰ ਜੋ ਹੋਏ ਸਿਆਣਾ। ਜੇ ਮੂਰਖ ਵੀ ਪੜੇਗਾ ਤੇ ਸਿਆਣਾ ਹੋ ਜਾਵੇਗਾ। ਸ਼ਬਦ ਹਜ਼ਾਰੇ ਕੇ ਸੁਖਦਾਈ, ਸਵੇ ਨਿਰਪਨ ਕੀ ਕਥਾ ਸੁਨਾਈ। ਸ਼ਬਦ ਹਜ਼ਾਰੇ ਜਿਨ੍ਹਾਂ ਦਾ ਮੈਂ ਵਿਸਥਾਰ ਕਰ ਚੁੱਕਾ ਹਾਂ। ਤੇ ਫਿਰ ਰਾਜਿਆਂ ਦੀ ਕਥਾ, ਚਰਿਤਰਾਂ ਦੀ ਕਥਾ। ਸੋ ਮੈਂ ਹਿਤ ਕਰ ਬਰਨ ਸਵਾਰੀ, ਪੁਨ ਕਹਿ ਰਹਿਤ ਨ ਕਹੂੰ ਉਚਾਰੀ। 404 ਸੇ ਚਰਿੱਤਰ ਬਣਾਏ। 405 ਦੀ ਗਿਣਤੀ ਆਉਂਦੀ ਕੁਝ ਗ੍ਰੰਥਾਂ ਵਿੱਚ। 404 ਇੱਕ ਚਰਿੱਤਰ ਗੁਪਤ ਹੈ। 325ਵਾਂ ਉਸ ਦੀ ਜਗ੍ਹਾ ਖਾਲੀ ਛੱਡੀ ਹੋਈ ਹੈ। ਰਹੋ ਵਿਚਾਰ। ਛੰਦ ਪ੍ਰਬੰਧ ਕਹੇ ਹਮ ਜੇਤੇ, ਗ੍ਰੰਥ ਮਾਹੇ ਬਰਨੇ ਹਮ ਤੇਤੇ। ਫਿਰ ਇਹਦੇ ਵਿੱਚ ਅਨੇਕ ਪ੍ਰਕਾਰ ਦੇ ਛੰਦਾਂ ਦੀ ਰਚਨਾ ਹੈ। ਕਿੰਨੇ ਛੰਦ ਨੇ? ਇਹ ਤੇ ਇੱਕ ਛੰਦ ਸ਼ਾਸਤਰੀ ਹੀ ਹੈ। ਬਹੁਤ ਲੰਬੇ ਚੌੜੇ ਵਿਸਥਾਰ ਹਨ। ਜਿਵੇਂ ਸਰਵਲੋਕ ਗ੍ਰੰਥ ਦੇ ਵਿੱਚ ਕਲਗੀਧਰ ਦੇ ਬੇਅੰਤ ਛੰਦਾਂ ਦੀ ਰਚਨਾ, ਇਸੇ ਤਰ੍ਹਾਂ ਦਸਮ ਦਰਬਾਰ ਵਿੱਚ ਫੁਨ ਖਾਲਸੇ ਕੀ ਰਹਿਤ ਬਖਾਨੀ, ਰਹਿਤ ਬਿਨਾ ਹੋਏ ਹੈ ਅਗਿਆਨੀ। ਸਭ ਤੋਂ ਉੱਚੀ ਤੇ ਸੁੱਚੀ ਰਹਿਤ ਦੱਸੀ ਹੈ ਖਾਲਸੇ ਦੀ, ਕਿਉਂਕਿ ਰਹਿਤ ਤੋਂ ਬਿਨਾ ਤਾਂ ਖਾਲਸਾ ਅਧੂਰਾ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਇੰਨੇ ਵਿਚਾਰ ਕਰਦਿਆਂ ਪਹਿਲੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੇ ਬਚਨ ਰਿਕਾਰਡ ਹੋਏ ਹਨ। ਬਾਅਦ ਵਿੱਚ ਦਾਸ ਗਿਆਨੀ ਹਰਦੀਪ ਸਿੰਘ ਜੀ ਹਜ਼ੂਰੀ ਟਕਸਾਲ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਬੋਲ ਰਿਹਾ ਹੈ। ਇਹ ਸਾਰੀ ਰਿਕਾਰਡਿੰਗ ਕੀਤੀ ਹੈ। ਸੋ ਆਪ ਸਾਰੇ ਬਾਣੀ ਸੁਣ ਕੇ ਲਾਹੇ ਪ੍ਰਾਪਤ ਕਰੋ। ਜੇ ਹੋਰ ਕਿਸੇ ਨੂੰ ਸ਼ੰਕਾ ਹੋਵੇ ਤੇ ਉਹ ਟੈਲੀਫੋਨ ਕਰਕੇ ਪੁੱਛ ਸਕਦਾ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸਾਰੇ ਗੁਰੂ ਕੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।